ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਸ਼ਰਾਵਣ ਕਰਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਡੰਡੌਤ ਵੰਦਨਾ ਕਰਦੇ ਹੋਏ ਅਰਦਾਸਾਂ ਬੇਨਤੀਆਂ ਕਰਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਸ਼ਰਾਵਣ ਕਰਦੇ ਹੋਏ ਗੁਰੂ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਗੌੜੀ ਰਾਗ ਦੇ ਅੰਦਰ ਸੁਖਮਣੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਅੰਦਰ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਸਮਝਾ ਰਹੇ ਹਨ। 20 ਵਿਸਵੇ ਗੁਰ ਕਾ ਮਨ ਮਾਨੈ। 20 ਵਿਸਵੇ ਭਾਵ ਨਿਸ਼ਚੇ ਕਰਕੇ ਸਤਿਗੁਰਾਂ ਦਾ ਵਾਚਨ ਜਿਸ ਸੇਵਕ ਦਾ ਮਨ, ਜਿਸ ਸੇਵਕ ਦਾ ਹਿਰਦਾ ਮੰਨ ਲਵੇ। ਇਸੇ ਤਰ੍ਹਾਂ 20 ਵਿਸਵੇ 5 ਗਿਆਨ ਇੰਦਰੇ, 5 ਕਰਮ ਇੰਦਰੇ, 5 ਵਿਸ਼ੇ, 5 ਵਿਕਾਰ, ਇਹਨਾਂ ਸਾਰਿਆਂ ਨੂੰ ਜੋ ਰੋਕ ਲਵੇ, 5 ਤੱਤਾਂ ਦੀ ਧਾਰਨਾ ਕਰਨ ਵਾਲਾ ਹੋਵੇ, 5 ਸੱਤ ਸੰਤੋਖ ਦਇਆ ਧਰਮ ਮੋਖ ਹੋਣ, 5 ਪ੍ਰਾਣ ਰੋਕੇ ਹੋਣ, 5 ਕਲੇਸ਼ ਮਿਟੇ ਹੋਣ, ਉਸ ਸੇਵਕ ਉੱਤੇ ਸਤਿਗੁਰਾਂ ਦਾ ਮਾਨ ਮੰਨ ਜਾਂਦਾ ਹੈ। ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਉਹ ਸੇਵਕ, ਉਹ ਦਾਸ ਪਰਮੇਸ਼ਰ ਦੀ ਗਤ, ਪਰਮੇਸ਼ਰ ਦੀ ਪ੍ਰਾਪਤੀ ਨੂੰ ਜਾਣਦਾ ਹੈ, ਸਮਝ ਲੈਂਦਾ ਹੈ। ਜਿਸ ਦਾ ਮਨ 20 ਵਿਸਵੇ ਸਤਿਗੁਰਾਂ ਦਾ ਮਨ ਮੰਨ ਜਾਵੇ, ਜਿਸ ਸੇਵਕ ਦੇ ਉੱਤੇ, ਉਹ ਸੇਵਕ, ਉਹ ਦਾਸ ਪਰਮੇਸ਼ਰ ਦੀ ਪ੍ਰਾਪਤੀ ਨੂੰ ਜਾਣਦਾ ਹੈ, ਸਮਝ ਜਾਂਦਾ ਹੈ। ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ, ਉਹ ਸਾਡੇ ਸਤਿਗੁਰੂ ਰਾਮਦਾਸ ਜੀ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੈ। ਅਨਕ ਵਾਰ ਗੁਰ ਕੋ ਬਲ ਜਾਓ, ਕਿ ਅਨੇਕਾਂ ਵਾਰ ਅਜਿਹੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਸਾਹਿਬ ਤੋਂ ਬਲਹਾਰ ਕੁਰਬਾਨ ਜਾਂਦੇ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਸਰਬ ਨਿਧਾਨ ਜੀ ਕਾ ਦਾਤਾ। ਗੁਰੂ ਸਰਬ ਸਾਰੇ ਨਿਧਾਨ ਖਜ਼ਾਨਿਆਂ ਦਾ ਮਾਲਕ ਤੇ ਜੀ ਜ਼ਿੰਦਗੀ ਦਾ ਦਾਤਾ, ਦਾਤਾਂ ਦੇਣ ਵਾਲਾ ਹੈ। 8 ਪਹਿਰ ਪਾਰ ਬ੍ਰਹਮ ਰੰਗ ਰਾਤਾ, ਕਿ 8 ਅੱਠੇ ਪਹਿਰ ਪਰਮੇਸ਼ਰ ਦੇ ਆਨੰਦ ਵਿੱਚ ਰੰਗਿਆ ਰਹਿੰਦਾ ਹੈ। ਸਰਬ ਨਿਧਾਨ ਜੀ ਕਾ ਦਾਤਾ, ਗੁਰੂ ਸਾਰੇ ਖਜ਼ਾਨਿਆਂ ਦਾ ਮਾਲਕ ਹੈ, ਜ਼ਿੰਦਗੀ ਦਾ ਦਾਤਾ ਹੈ, ਇਹ ਜ਼ਿੰਦਗੀ ਦੇਣ ਵਾਲਾ ਹੈ। 8 ਪਹਿਰ ਪਾਰ ਬ੍ਰਹਮ, ਪਰਮੇਸ਼ਰ ਦੇ ਆਨੰਦ ਵਿੱਚ ਰੰਗਿਆ ਰਹਿੰਦਾ ਹੈ। ਬ੍ਰਹਮ ਮੈਂ ਜਾਨ ਮੈਂ ਪਾਰ ਬ੍ਰਹਮ, ਇਹ ਪਰਮੇਸ਼ਰ ਦੇ ਸਰੂਪ ਵਿੱਚ ਗੁਰੂ ਜਨ ਮਿਲੇ ਹੋਏ ਹਨ, ਤੇ ਗੁਰੂ ਜਨਾਂ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਮਿਲਿਆ ਹੋਇਆ ਹੈ। ਗੁਰੂ ਸਾਹਿਬ ਜੀ ਗੁਰਮੁਖ ਜਨਾਂ ਨੂੰ ਪਰਮੇਸ਼ਰ ਦੇ ਸਰੂਪ ਵਿੱਚ ਮੇਲ ਦਿੰਦੇ ਹਨ, ਤੇ ਗੁਰਮੁਖ ਜਨ ਗੁਰ ਉਪਦੇਸ਼ ਦੁਆਰਾ ਪਾਰ ਬ੍ਰਹਮ ਵਿੱਚ ਅਭੇਦ ਹੋ ਜਾਂਦੇ ਹਨ। ਇੱਕ ਹੈ ਆਪ ਨਹੀਂ ਕਸ ਭਰਮ, ਕਿ ਆਪਸ ਦੇ ਵਿੱਚ ਇੱਕੋ ਰੂਪ ਹੋ ਜਾਂਦੇ ਹਨ, ਕੁਝ ਭਰਮ ਭੇਤ ਨਹੀਂ ਰਹਿੰਦੇ। ਜੈਸਾ ਕਿ ਗੁਰ ਕਾ ਸਿੱਖ ਗੁਰੂ ਹੈ, ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ। ਰਾਮ ਨਾਮ ਮੰਤਰ ਹਿਰਦੈ, ਦੇਵੈ ਨਾਨਕ ਮਿਲਣ ਸੁਭਾਏ।
ਕਿ ਗੁਰੂ ਤੇ ਸਿੱਖ, ਸਿੱਖ ਤੇ ਗੁਰੂ ਇੱਕੋ ਹੀ ਬਣ ਜਾਂਦੇ ਹਨ ਤੇ ਇੱਕੋ ਹੀ ਉਪਦੇਸ਼ ਚਲਾਉਂਦੇ ਹਨ। ਰਾਮ ਨਾਮ ਮੰਤਰ ਹਿਰਦੈ ਦੇਵੈ। ਤੇ ਸੰਸਾਰੀ ਜੀਵਾਂ ਨੂੰ ਹਿਰਦੇ ਦੇ ਵਿੱਚ ਜਪਣ ਵਾਸਤੇ ਉਸ ਵਾਹਿਗੁਰੂ ਦਾ ਨਾਮ ਰੂਪੀ ਮੰਤਰ ਦਿੰਦੇ ਹਨ। ਨਾਨਕ ਮਿਲਣ ਸੁਭਾਏ, ਕਿ ਉਹ ਸੁਤੇ ਸਿੱਧ ਨਾਮ ਜਪਣੇ ਕਰਕੇ ਪਰਮੇਸ਼ਰ ਦੇ ਨਾਲ ਮਿਲ ਜਾਂਦੇ ਹਨ। ਸਹਿਸ ਸਿਆਣਪ ਲਿਆ ਨਾ ਜਾਈਐ। ਸਹਿਸ ਹਜ਼ਾਰਾਂ ਸਿਆਣਪਾਂ ਕਰਕੇ ਜੋ ਗੁਰੂ ਲਿਆ ਭਾਵ ਗੁਰੂ ਪ੍ਰਾਪਤ ਨਹੀਂ ਕੀਤਾ ਜਾਂਦਾ। ਜੇ ਕੋਈ ਸਿਆਣਪਾ ਕਰੀ ਜਾਵੇ ਕਿ ਗੁਰੂ ਦੀ ਪ੍ਰਾਪਤੀ ਹੋ ਜਾਏ ਤਾਂ ਉਹ ਪ੍ਰਾਪਤ ਨਹੀਂ ਹੋ ਸਕਦਾ। ਨਾਨਕ ਐਸਾ ਗੁਰ ਵਡਭਾਗੀ ਪਾਈਐ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਜਿਹਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਵਡਭਾਗੀ, ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦਾ ਹੈ। ਸਫਲ ਦਰਸ਼ਨ ਭੇਖਤ ਪਨੀਤ। ਸਤਿਗੁਰਾਂ ਦਾ ਦਰਸ਼ਨ ਦੀਦਾਰ ਸਫਲ ਸਹਿਤ ਗਿਆਨ ਫਲ ਦੇ ਫਲਣ ਵਾਲਾ ਹੈ। ਜਿਸ ਨੂੰ ਪੇਖਤ ਪਨੀਤ, ਜਿਸ ਨੂੰ ਪੇਖਤ ਦੇਖਣ ਨਾਲ ਪਵਿੱਤਰ ਹੋ ਜਾਂਦਾ ਹੈ। ਸਤਿਗੁਰਾਂ ਦਾ ਦਰਸ਼ਨ ਦੀਦਾਰਾ ਸਹਿਤ ਗਿਆਨ ਫਲ ਦੇ ਹੈ ਕਿ ਜਿਸ ਨੂੰ ਦੇਖਣ ਦੇ ਨਾਲ ਪਵਿੱਤਰ ਹੋ ਜਾਂਦਾ ਹੈ। ਪਰਸਤ ਚਰਨ ਗਤ ਨਿਰਮਲ ਰੀਤ। ਗੁਰਾਂ ਦੇ ਚਰਨ ਪਰਸਣ ਕਰਕੇ, ਛੋਹਣ ਕਰਕੇ ਉਜਲ ਮਰਜ਼ਾਦਾ, ਉਜਲ ਰੀਤੀ ਪ੍ਰਾਪਤ ਹੁੰਦੀ ਹੈ ਕਿ ਉਜਲ ਮਰਜ਼ਾਦਾ ਪ੍ਰਾਪਤ ਹੁੰਦੀ ਹੈ। ਭੇਟਤ ਸੰਗ ਰਾਮ ਗੁਣ ਰਵੇ। ਜੇਕਰ ਸਤਿਗੁਰਾਂ ਦੇ ਨਾਲ ਮਿਲ ਕੇ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਨ ਕਰੇ ਤਾਂ ਪਾਰ ਬ੍ਰਹਮ ਕੀ ਦਰਗਹਿ ਗਵੇ। ਕਿ ਤਾਂ ਪਾਰ ਬ੍ਰਹਮ ਹਰੀ ਪਰਮੇਸ਼ਰ ਦੀ ਦਰਗਾਹ ਵਿੱਚ ਭਾਵ ਸੱਚਖੰਡ ਵਿੱਚ ਗਮਤਾ ਹੋ ਜਾਂਦੀ ਹੈ, ਵਸਣਾ ਹੋ ਜਾਂਦਾ ਹੈ। ਪਰਮੇਸ਼ਰ ਦੇ ਸੱਚਖੰਡ ਵਿੱਚ ਉਸ ਦਾ ਜਸ ਗਾਇਆ ਜਾਂਦਾ ਹੈ। ਸੁਣ ਕਰ ਬਚਨ ਕਰਨ ਅਗਾਨੇ। ਗੁਰਾਂ ਦੇ ਸਭ ਬਚਨਾਂ ਨੂੰ ਸੁਣ ਕਰਕੇ, ਕਰਨ ਹੁੰਦਾ ਕੰਨ, ਅਗਾਨੇ ਰੱਜ ਭਾਵ ਤ੍ਰਿਪਤ ਹੋ ਜਾਂਦੇ ਹਨ। ਗੁਰਾਂ ਦੇ ਬਚਨ ਸੁਣ ਕੇ ਕੰਨ ਨਿੰਦਿਆ ਉਸਤਤ ਵੱਲੋਂ ਰੱਜ ਜਾਂਦੇ ਹਨ। ਨਿੰਦਿਆ ਤੇ ਉਸਤਤ ਨਹੀਂ ਕਰਦੇ। ਮਨ ਸੰਤੋਖ ਆਤਮ ਪਤਿਆਨੇ। ਕਿ ਅੰਤਸ ਕਰਨ ਹਿਰਦਾ ਮਨ ਸੰਤੋਖ ਦੇ ਸਹਿਤ ਹੋ ਜਾਂਦਾ ਹੈ ਅਤੇ ਆਤਮ ਸਰੂਪ ਵਿੱਚ ਪਤਿਆਨੇ ਭਰੋਸਾ ਆ ਜਾਂਦਾ ਹੈ। ਜਿਹੜੇ ਕੰਨ ਨਿੰਦਿਆ ਸੁਣਨੋਂ ਰੱਜ ਜਾਂਦੇ ਹਨ ਉਹਨਾਂ ਦੇ ਮਨ ਵਿੱਚ ਸਰਬ ਦੇ ਸਹਿਤ ਹੋ ਜਾਂਦੇ ਹਨ, ਸੰਤੋਖ ਦੇ ਸਹਿਤ ਹੋ ਜਾਂਦੇ ਹਨ ਅਤੇ ਆਤਮ ਸਰੂਪ ਵਿੱਚ ਪਤਿਆਨੇ ਭਰੋਸਾ ਆ ਜਾਂਦਾ ਹੈ। ਪੂਰਾ ਗੁਰ ਆਖੋ ਜਾਂ ਕਾ ਮੰਤਰ। ਉਹ ਪੂਰਾ ਪੂਰਨ ਸਤਿਗੁਰੂ ਰਾਮਦਾਸ ਜੀ ਤੇ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਗੁਰਾਂ ਦਾ ਵਾਹਿਗੁਰੂ ਮੰਤਰ ਆਖੋ ਨਾਸ ਤੋਂ ਰਹਿਤ ਹੈ ਕਿ ਸਦਾ ਰਹਿਣ ਵਾਲਾ ਹੈ। ਜਗਿਆਸੂ ਨੂੰ ਆਖੋ ਕਿ ਨਾਸ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ ਦਾ ਜੋ ਨਾਮ ਹੈ। ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਜਿਨ੍ਹਾਂ ਵੱਲ ਗੁਰੂ ਸਾਹਿਬ ਜੀ ਅੰਮ੍ਰਿਤ ਮਿਰਤੂ ਤੋਂ ਰਹਿਤ ਕਰਨ ਵਾਲੀ ਦ੍ਰਿਸ਼ਟੀ ਨਾਲ ਦੇਖਦੇ ਹਨ, ਉਹ ਸ਼ਾਂਤ ਚਿੱਤ ਵਾਲੇ ਮਹਾਤਮਾ ਹੋ ਜਾਂਦੇ ਹਨ। ਉਹ ਸੰਤ ਚਿੱਤ ਮਹਾਤਮਾ ਬਣ ਜਾਂਦੇ ਹਨ। ਗੁਣ ਬੇਅੰਤ ਕੀਮਤ ਨਹੀਂ ਪਾਏ। ਸਤਿਗੁਰਾਂ ਵਿੱਚ ਬੇਅੰਤ ਗੁਣ ਹੋਣ ਕਰਕੇ ਕਿਸੇ ਪਾਸੇ ਕੀਮਤ ਨਹੀਂ ਪਾਈ ਜਾ ਸਕਦੀ। ਕਿਸੇ ਵੀ ਪਾਸੋਂ ਗੁਰਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਨਾਨਕ ਜਿਸ ਭਾਵੈ ਤਿਸ ਲਏ ਮਿਲਾਏ। ਸਤਿਗੁਰੂ ਜੀ ਕਥਨ ਕਰਦੇ ਹਨ, ਜਿਸ ਦੀ ਸਰਦਾ ਭਾਵਨਾ ਭਗਤੀ ਪਰਮੇਸ਼ਰ ਨੂੰ ਭਾ ਜਾਏ ਉਸ ਨੂੰ ਆਪਣੇ ਨਾਲ ਮੇਲ ਲੈਂਦੇ ਹਨ। ਜਿਹਬਾ ਏਕ ਉਸਤਤ ਅਨੇਕ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਸਾਡੀ ਜਿਹਬਾ ਜੀਵ ਤਾਂ ਇੱਕ ਹੈ
ਉਹ ਵਾਹਿਗੁਰੂ ਦੀ ਉਸਤਤ, ਉਸ ਵਾਹਿਗੁਰੂ ਦੀ ਵਡਿਆਈ ਅਨੇਕਾਂ ਗੁਣਾਂ ਵਾਲੀ ਹੈ। ਅਸੀਂ ਕੀ ਕਹਿ ਸਕਦੇ ਹਾਂ? ਸਤਿਪੁਰਖ ਪੂਰਨ ਵਿਵੇਕ, ਉਹ ਸਤਿਪੁਰਖ ਬ੍ਰਹਮ ਰੂਪ ਹੈ, ਸਾਰਿਆਂ ਥਾਵਾਂ ਵਿੱਚ ਪੂਰਨ ਗਿਆਨਵਾਨ, ਭਾਵ ਜੀਵ ਈਸ਼ ਦੀ ਏਕਤਾ ਕਰਾਉਣ ਵਾਲੇ ਹੈ ਕਿ ਜੀਵ ਦੀ ਤੇ ਉਸ ਪਰਮੇਸ਼ਰ ਦੀ ਏਕਤਾ ਕਰਾਉਣ ਵਾਲੇ ਹੈ, ਉਹ ਗਿਆਨਵਾਨ ਹਨ। ਕਾਹੂ ਬੋਲ ਨਾ ਪਹੁੰਚਤ ਪ੍ਰਾਨੀ, ਕਿ ਪਰਮੇਸ਼ਰ ਦੇ ਗੁਣਾਂ ਬਰਾਬਰ, ਸਤਿਗੁਰਾਂ ਦੇ ਪਰਉਪਕਾਰਾਂ ਬਰਾਬਰ ਕਾਹੂ ਕਿਸੇ ਵੀ ਬੋਲ, ਕਿਸੇ ਵੀ ਬਚਨਾ ਕਰਕੇ ਜੀਵ ਨਾਮ ਦੀ ਸਤਾ ਤੋਂ ਹੀਣਾ ਪਰਮੇਸ਼ਰ ਕੋਲ ਨਹੀਂ ਪਹੁੰਚ ਸਕਦਾ। ਕਾਹੂ ਬੋਲ ਨਾ ਪਹੁੰਚਤ ਪ੍ਰਾਨੀ, ਪਰਮੇਸ਼ਰ ਦੇ ਗੁਣਾਂ ਬਰਾਬਰ, ਸਤਿਗੁਰਾਂ ਦੇ ਪਰਉਪਕਾਰਾਂ ਬਰਾਬਰ ਕਿਸੇ ਵੀ ਬੋਲ ਬਚਨਾ ਕਰਕੇ ਜੀਵ ਨਾਮ ਦੀ ਸਤਾ ਤੋਂ ਬਿਨਾਂ ਪਰਮੇਸ਼ਰ ਕੋਲ ਨਹੀਂ ਪਹੁੰਚ ਸਕਦਾ। ਆਗਮ ਅਗੋਚਰ ਪ੍ਰਭ ਨਿਰਵਾਨੀ, ਜੋ ਆਗਮ ਮਨ ਦੀ ਹੰਗਤਾ ਤੋਂ ਪਰੇ ਹੈ ਤੇ ਅਗੋਚਰ ਇੰਦਰੀਆਂ ਦੇ ਵਿਸ਼ੇ ਹੈ, ਤੇ ਪ੍ਰਭੂ ਹਰੀ ਵਾਹਿਗੁਰੂ ਸਾਰੇ ਨਿਰਵਾਨੀ, ਬੰਧਨਾਂ ਤੋਂ ਰਹਿਤ ਹੈ, ਭਾਵ ਨਿਰਵਾਣ ਸਰੂਪ ਹੈ। ਨਿਰਾਹਾਰ ਨਿਰਵੈਰ ਸੁਖਦਾਈ, ਪਰਮੇਸ਼ਰ ਨਿਰਾਹਾਰ, ਆਹਾਰ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਹਾਰ ਤੋਂ ਰਹਿਤ ਹੈ, ਉਸ ਦੀ ਕਦੇ ਵੀ ਹਾਰ ਨਹੀਂ ਹੁੰਦੀ। ਅਤੇ ਸੁਖਦਾਈ, ਸੁੱਖਾਂ ਦੇ ਦੇਣ ਵਾਲਾ ਹੈ ਪਰਮੇਸ਼ਰ। ਭਾਵ ਜਿਵੇਂ ਕਈ ਸਾਧ ਨਿਰਾਹਾਰੀ ਬਣ ਕੇ ਬੈਠਦੇ ਹਨ ਕਿ ਅਸੀਂ ਭੋਜਨ ਨਹੀਂ ਸਕਦੇ, ਅਸੀਂ ਕੁਝ ਵੀ ਨਹੀਂ ਸਕਦੇ, ਭਗਤੀ ਕਰਦੇ ਹਾਂ ਅੰਦਰ ਭੋਰਿਆਂ ਦੇ ਵਿੱਚ, ਇਸ ਪ੍ਰਕਾਰ ਦਾ ਉਹ ਪਰਮੇਸ਼ਰ ਨਿਰਾਹਾਰੀ ਨਹੀਂ ਕਿ ਉਹ ਪਰਮੇਸ਼ਰ ਆਹਾਰ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ ਤੇ ਹਾਰ ਤੋਂ ਰਹਿਤ ਹੈ, ਅਤੇ ਸੁੱਖਾਂ ਦੇ ਦੇਣ ਵਾਲਾ ਹੈ। ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਸਮਝਾ ਰਹੇ ਹਨ ਕਿ ਇਹ ਸੰਸਾਰੀ ਲੋਕ ਬੜੇ ਹੀ ਢੰਗ ਕਰਦੇ ਹਨ ਤੇ ਕਰਦੇ ਕੁਝ ਹੋਰ ਹਨ ਤੇ ਦਿਖਾਉਂਦੇ ਕੁਝ ਹੋਰ ਹਨ। ਕਿ ਇੱਕ ਵਾਰੀ ਸੰਤ ਗਿਆਨੀ ਸੁੰਦਰ ਸਿੰਘ ਜੀ ਦੀ ਕਥਾ ਵਿੱਚ ਇਹ ਸਾਖੀ ਸੁਣਾਉਂਦੇ ਸਨ ਕਿ ਇੱਕ ਸਾਧ ਸਮਾਧੀ ਲਾ ਕੇ ਬੈਠਿਆ ਕਰੇ। ਇੱਕ ਰਾਜਾ ਦਰਸ਼ਨਾਂ ਨੂੰ ਜਾਣ ਲੱਗ ਪਿਆ, ਉਸ ਦੀ ਸਮਾਧੀ ਲੱਗੀ ਦੇਖ ਕੇ। ਰਾਜੇ ਨੇ ਦਰਸ਼ਨ ਕੀਤੇ ਤੇ ਸਾਧ ਨੇ ਫੇਰ ਸਮਾਧੀ ਲਾ ਲਈ। ਫਿਰ 6 ਮਹੀਨੇ ਦੀ ਸਮਾਧੀ ਲਾ ਲਈ ਕਿ 6 ਮਹੀਨੇ ਸਮਾਧੀ ਲਾ ਕੇ ਰੱਖੂੰ, ਅੰਦਰ ਭੋਰੇ 'ਚ ਬੈਠੂੰ, ਕੋਈ ਨਾ ਬੁਲਾਵੇ ਆ ਕੇ। ਸਾਧ ਬੋਲਿਆ ਹੀ ਨਾ, 6 ਮਹੀਨੇ ਸਮਾਧੀ 'ਚ ਬੈਠ ਗਿਆ। ਤੇ ਜਦੋਂ ਸਮਾਧੀ ਖੋਲ੍ਹਣ ਦਾ ਸਮਾਂ ਨੇੜੇ ਆਇਆ ਤਾਂ ਰਾਜੇ ਨੂੰ ਇੱਕ ਮਹਾਂਪੁਰਖ ਮਿਲੇ ਤੇ ਮਹਾਂਪੁਰਖਾਂ ਨੂੰ ਰਾਜੇ ਨੇ ਸਮਾਧੀ ਵਾਲੇ ਜੋਗੀ ਦੀ ਬੜੀ ਪ੍ਰਸੰਨਤਾ ਕੀਤੀ ਕਿ ਮੈਂ, ਰਾਜਾ ਕਹਿਣ ਲੱਗਿਆ ਕਿ ਮੈਂ ਇੱਕ ਜੋਗੀ ਕੋਲੇ ਜਾਣਾ ਹੁੰਨਾ, ਉਹ ਸਮਾਧੀ ਲਾਉਂਦਾ ਹੈ, 6-6 ਮਹੀਨੇ ਸਮਾਧੀ ਲਾ ਕੇ ਰੱਖਦਾ ਹੈ। ਬੜੀ ਪ੍ਰਸੰਨਤਾ ਕੀਤੀ। ਕਹਿਣ ਲੱਗਿਆ ਬੜੇ ਤਾਕੜੇ ਜੋਗੀ ਹਨ। 6 ਮਹੀਨੇ ਹੋ ਗਏ। ਰਾਜਾ ਕਹਿਣ ਲੱਗਿਆ ਸਮਾਧੀ ਲੱਗੀ ਨੂੰ ਉਸ ਜੋਗੀ ਦੀ ਕਿ ਉਹ 6 ਮਹੀਨਿਆਂ ਤੋਂ ਬਾਅਦ ਸਮਾਧੀ ਖੋਲ੍ਹਣਗੇ। ਮਹਾਤਮਾ ਕਹਿਣ ਲੱਗੇ ਕਿ ਹੇ ਰਾਜਨ, ਤੂੰ ਦਰਸ਼ਨ ਕਰਨ ਕਿਵੇਂ ਜਾਂਦਾ ਹੈ ਉਸ ਦੇ, ਜੋਗੀ ਦੇ, ਜਦੋਂ ਸਮਾਧੀ ਖੋਲ੍ਹਦਾ ਹੈ? ਕਹਿੰਦਾ ਜੀ 21 ਦਿਨਾਂ ਬਾਅਦ ਜਾਂਦਾ ਹਾਂ। ਸੰਤ ਕਹਿਣ ਲੱਗੇ ਜਦੋਂ ਜਾਵੇਂਗਾ ਮੈਨੂੰ ਨਾਲ ਲੈ ਕੇ ਜਾਈਂ, ਸਮਾਧੀ ਖੋਲੂਗਾ ਉਹ ਤੇ ਤੂੰ ਉਹਦੇ ਸਤਿਕਾਰ ਵਾਸਤੇ ਜਾਏਗਾ, ਮੈਨੂੰ ਨਾਲ ਲੈ ਕੇ ਜਾਈਂ। ਜਦੋਂ ਸਮਾਧੀ ਖੋਲ੍ਹਣ ਵਿੱਚ 1 ਦਿਨ ਰਹਿ ਗਿਆ ਤਾਂ ਰਾਜੇ ਨੇ ਮਹਾਤਮਾ ਨੂੰ ਕਿਹਾ ਕਿ ਕੱਲ੍ਹ ਨੂੰ ਮੇਰੇ ਜੋਗੀ ਦੀ ਸਮਾਧੀ ਖੁੱਲ੍ਹਣੀ ਹੈ, ਮੈਂ ਉੱਥੇ ਸਮਾਧੀ ਖੁੱਲ੍ਹਣ ਦੇ ਸਮੇਂ ਜਾਵਾਂਗਾ ਉਹਨਾਂ ਦੇ ਸਤਿਕਾਰ ਵਾਸਤੇ। ਜਦੋਂ ਦੂਸਰੇ ਦਿਨ ਸਮਾਧੀ ਖੁੱਲ੍ਹਣ ਦਾ ਸਮਾਂ ਆਇਆ ਤਾਂ ਮਹਾਤਮਾ ਨੇ ਰਾਜੇ ਨੂੰ ਸਮਾਧੀ ਖੁੱਲ੍ਹਣ ਦਾ ਵਕਤ ਲੰਘਾ ਦਿੱਤਾ।
ਸਮਾਂ ਲੰਘਾ ਦਿੱਤਾ। ਜਿਸ ਟਾਈਮ ਸਮਾਧੀ ਖੁੱਲ੍ਹਣ ਦਾ ਸਮਾਂ ਦਿੱਤਾ ਸੀ, ਉਹ ਸਮਾਂ ਰਾਜੇ ਦਾ ਮਹਾਤਮਾ ਨੇ ਲੰਘਾ ਦਿੱਤਾ। ਜਦੋਂ ਮਹਾਤਮਾ ਤੇ ਰਾਜਾ ਗਏ, ਸਮਾਂ ਲੰਘੇ ਤੋਂ ਸਾਧ ਮਰਿਆ ਹੋਇਆ ਦੇਖਿਆ ਤਾਂ ਮਹਾਤਮਾ ਕਹਿਣ ਲੱਗੇ ਕਿ ਰਾਜਨ, ਤੂੰ ਤਾਂ ਕਹਿੰਦਾ ਸੀ ਕਿ ਕੋਈ ਖੁਰਾਕ ਨਹੀਂ ਖਾਂਦਾ ਸੀ ਇਹ ਸਾਧੂ, ਇਹ ਤਾਂ ਮਾਣ ਦਾ ਭਰਿਆ ਪਿਆ ਸੀ ਤੇ ਮਾਣ ਦੀ ਹੀ ਖੁਰਾਕ ਖਾਂਦਾ ਸੀ ਕਿ ਮੈਂ 21 ਦਿਨਾਂ ਤੋਂ ਬਾਹਰ ਨਿਕਲਦਾ ਹਾਂ ਜਾਂ ਸਵਾ ਮਹੀਨੇ ਤੋਂ ਬਾਹਰ ਨਿਕਲਦਾ ਹਾਂ। ਇਸ ਨੂੰ ਮਾਣ ਸੀ, ਇਹ ਮਾਣ ਦਾ ਹੀ ਹਕਾਰ ਖਾਂਦਾ ਸੀ। ਨਿਰਾਹਾਰੀ ਤਾਂ ਇੱਕ ਪਰਮੇਸ਼ਰ ਹੀ ਹੈ ਕਿ ਨਿਰਾਹਾਰ ਨਿਰਵੈਰ ਸੁਖਦਾਈ। ਨਿਰਾਹਾਰੀ ਤਾਂ ਇੱਕ ਪਰਮੇਸ਼ਰ ਹੀ ਹੈ ਜੋ ਕੁਝ ਵੀ ਨਹੀਂ ਖਾਂਦਾ। ਇਹ ਲੋਕ ਤਾਂ ਮਾਣ ਦੇ ਭੁੱਖੇ ਹਨ, ਨਾ ਰੋਟੀ ਤੇ ਨਾ ਹੀ ਵਸਤਰ ਪਹਿਨਦੇ ਹਨ, ਇੱਕ ਮਾਣ ਹੀ ਖਾਂਦੇ ਹਨ ਕਿ ਮਾਣ ਦੀ ਖੁਰਾਕ ਨਾਲ ਹੀ ਫੁੱਲੇ ਰਹਿੰਦੇ ਹਨ। ਉਹਨਾਂ ਦੀ ਖੁਰਾਕ ਇੱਕ ਮਾਣ ਹੀ ਹੁੰਦੀ ਹੈ, ਮਾਣ ਕਰਕੇ ਹੀ ਜਿਉਂਦੇ ਹਨ। ਤਾਂ ਕਿ ਕੀਮਤ ਕਿਨੈ ਨਾ ਪਾਈ ਕਿ ਉਸ ਹਰੀ ਵਾਹਿਗੁਰੂ ਦੀ ਕਿਸੇ ਪਾਸੋਂ ਪ੍ਰਾਪਤੀ ਰੂਪੀ ਕੀਮਤ ਨਹੀਂ ਪਾਈ ਜਾ ਸਕਦੀ। ਆਨਕ ਭਗਤ ਬੰਧਨ ਨਿਤ ਕਰਹਿ। ਅਨੇਕਾਂ ਭਗਤੀ ਕਰਨ ਵਾਲੇ ਨਿਤਾ ਪ੍ਰਤੀ ਹਰੀ ਵਾਹਿਗੁਰੂ ਨੂੰ ਬੰਧਨ ਨਮਸਕਾਰ ਕਰਦੇ ਹਨ। ਅਨਕ ਭਗਤ ਬੰਧਨ ਨਿਤ ਕਰਹਿ ਕਿ ਅਨੇਕਾਂ ਭਗਤੀ ਕਰਨ ਵਾਲੇ ਨਿਤਾ ਪ੍ਰਤੀ ਹਰੀ ਵਾਹਿਗੁਰੂ ਨੂੰ ਨਮਸਕਾਰ ਕਰਦੇ ਹਨ, ਬੰਧਨ ਕਰਦੇ ਹਨ। ਚਰਨ ਕਮਲ ਹਿਰਦੈ ਸਿਮਰਹਿ ਕਿ ਹਿਰਦੇ ਵਿੱਚ ਚਿੱਤ ਵਿੱਚ ਗੁਰੂ ਸਾਹਿਬ ਜੀ ਦੁਆਰਾ ਉਹਨਾਂ ਦੇ ਬਚਨਾਂ, ਉਹਨਾਂ ਦੇ ਚਰਨਾਂ ਕਮਲਾਂ ਨੂੰ ਯਾਦ ਕਰਦੇ ਰਹਿੰਦੇ ਹਨ। ਅਨੇਕਾਂ ਭਗਤੀ ਕਰਨ ਵਾਲੇ ਨਿਤਾ ਪ੍ਰਤੀ ਹਰੀ ਵਾਹਿਗੁਰੂ ਨੂੰ ਨਮਸਕਾਰ ਕਰਦੇ ਹਨ ਅਤੇ ਚਿੱਤ ਅੰਦਰ ਗੁਰੂ ਸਾਹਿਬ ਦੁਆਰਾ ਉਹਨਾਂ ਦੇ ਚਰਨਾਂ ਕਮਲਾਂ ਨੂੰ ਯਾਦ ਕਰਦੇ ਰਹਿੰਦੇ ਹਨ। ਸਤ ਬਲਿਹਾਰੀ ਸਤਿਗੁਰ ਆਪਣੇ ਸਾਧ ਸੈਂਕੜੇ ਵਾਰੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਅਸੀਂ ਆਪਣੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਗੁਰਾਂ ਦੀ ਕਿਰਪਾ ਕਰਕੇ ਇਹੋ ਜਿਹੇ ਹਰੀ ਵਾਹਿਗੁਰੂ ਨੂੰ ਜਪਦੇ ਹਾਂ ਕਿ ਜੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਹਨ, ਉਹਨਾਂ ਤੋਂ ਅਸੀਂ ਸੈਂਕੜੇ ਵਾਰੀ ਬਲਿਹਾਰ ਕੁਰਬਾਨ ਜਾਂਦੇ ਹਾਂ। ਗੁਰੂ ਰਾਮਦਾਸ ਮਹਾਰਾਜ ਜੀ ਤੋਂ ਸੈਂਕੜੇ ਵਾਰੀ ਕੁਰਬਾਨ ਜਾਂਦੇ ਹਾਂ। ਨਾਨਕ ਜਿਸ ਪ੍ਰਸਾਦ, ਸਤਿਗੁਰੂ ਜੀ ਕਥਨ ਕਰਦੇ ਹਨ, ਜਿਸ ਗੁਰਾਂ ਦੀ ਕਿਰਪਾ ਕਰਕੇ ਐਸਾ ਪ੍ਰਭ ਜਪਨੇ, ਇਹੋ ਜਿਹੇ ਪ੍ਰਭੂ ਹਰੀ ਵਾਹਿਗੁਰੂ ਨੂੰ ਜਪਦੇ ਹਾਂ। ਇਹੋ ਹਰ ਰਸ ਪਾਵੈ ਜਨ ਕੋਇ। ਇਹ ਹਰੀ ਵਾਹਿਗੁਰੂ ਦੇ ਅੰਮ੍ਰਿਤ ਨਾਮ ਰਸ ਨੂੰ ਕੋਈ ਬਿਰਲਾ ਜਨ ਬਿਰਲਾ ਗੁਰਮੁਖ ਹੀ ਪ੍ਰਾਪਤ ਕਰਦਾ ਹੈ, ਪਾਉਂਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ, ਇਹੋ ਹਰ ਰਸ ਪਾਵੈ ਜਨ ਕੋਇ। ਇਹ ਹਰੀ ਵਾਹਿਗੁਰੂ ਦੇ ਅੰਮ੍ਰਿਤ ਰੂਪੀ ਨਾਮ ਰਸ ਨੂੰ ਕੋਈ ਬਿਰਲਾ ਹੀ ਪੁਰਖ ਪ੍ਰਾਪਤ ਕਰਦਾ ਹੈ। ਅੰਮ੍ਰਿਤ ਪੀਵੈ ਅਮਰ ਸੋ ਹੋਏ। ਜੋ ਸਤਿਗੁਰਾਂ ਦੇ ਅੰਮ੍ਰਿਤ ਰੂਪੀ ਨਾਮ ਨੂੰ ਪੀਂਦਾ ਹੈ, ਉਹ ਅਮਰ ਹੋ ਜਾਂਦਾ ਹੈ, ਮ੍ਰਿਤੂ ਤੋਂ ਰਹਿਤ ਹੋ ਜਾਂਦਾ ਹੈ। ਉਸ ਪੁਰਖ ਕਾ ਨਾਹੀ ਕਦੇ ਵਿਨਾਸ਼। ਉਸ ਪੁਰਖ, ਉਸ ਜੀਵ ਦਾ ਕਦੇ ਵੀ ਵਿਨਾਸ਼, ਨਾਸ ਨਹੀਂ ਹੁੰਦਾ। ਜਿਹੜਾ ਹਰੀ ਵਾਹਿਗੁਰੂ ਦੇ ਅੰਮ੍ਰਿਤ ਰਸ ਨੂੰ ਪੀਂਦਾ ਹੈ, ਉਸ ਪੁਰਖ ਦਾ, ਉਸ ਜੀਵ ਦਾ ਕਦੇ ਵੀ ਨਾਸ ਨਹੀਂ ਹੁੰਦਾ। ਜਾਂ ਕੈ ਮਨ ਪ੍ਰਗਟੇ ਗੁਣਤਾਸ। ਜਾਂ ਕੈ ਜਿਸ ਦੇ ਮਨ ਵਿੱਚ ਗੁਣਾਂ ਦਾ ਖਜ਼ਾਨਾ ਪਰਮੇਸ਼ਰ ਆਪ ਪ੍ਰਤੱਖ ਹੋ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ। ਉਸ ਜੀਵ ਦਾ ਕਦੇ ਵੀ ਨਾਸ ਨਹੀਂ ਹੁੰਦਾ।
आठ पहर हर का नाम ले। महाराज जी कहन लगे आठ पहर हर का नाम ले। जो आठ पहर अठे पहर हरि वाहिगुरू दा नाम लैंदा है, भाव नाम जपदा है, सच उपदेश सेवक को दे ਅਤੇ ਆਪਣੇ ਸੇਵਕ ਆਪਣੇ ਦਾਸ ਨੂੰ ਵੀ ਸੱਚੇ ਨਾਮ ਦਾ ਉਪਦੇਸ਼ ਦਿੰਦਾ ਹੈ। ਮੋਹ ਮਾਇਆ ਕੈ ਸੰਗ ਨਾ ਲੇਪ। ਜੋ ਅੱਠੇ ਪਹਿਰ ਹਰੀ ਵਾਹਿਗੁਰੂ ਦਾ ਨਾਮ ਜਪਦਾ ਹੈ ਤੇ ਆਪਣੇ ਸੇਵਕ ਨੂੰ ਨਾਮ ਦਾ ਉਪਦੇਸ਼ ਦਿੰਦਾ ਹੈ, ਉਹ ਉਸ ਨੂੰ ਮਾਇਆ ਦਾ ਮੋਹ, ਮਾਇਆ ਦੇ ਮੋਹ ਨਾਲ ਕਲੰਕ ਨਹੀਂ ਲੱਗਦਾ, ਮਾਇਆ ਦੇ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਰਹਿੰਦਾ ਹੈ। ਕਿਉਂਕਿ ਉਹ ਆਪਣੇ ਮਨ ਮੈਂ ਰਾਖੈ ਹਰ ਹਰ ਏਕ। ਕਿਉਂਕਿ ਉਹ ਆਪਣੇ ਮਨ ਵਿੱਚ, ਆਪਣੇ ਅੰਤਸਕਰਨ ਵਿੱਚ, ਆਪਣੇ ਹਿਰਦੇ ਵਿੱਚ ਇੱਕ ਹਰੀ ਵਾਹਿਗੁਰੂ ਸਾਰੇ ਰਮਿਆ ਹੋਇਆ ਹੈ, ਉਸ ਨੂੰ ਹੀ ਚੇਤੇ ਰੱਖਦਾ ਹੈ। ਚੇਤੇ ਰੱਖਣੇ ਕਰਕੇ ਉਸ ਨੂੰ ਮਾਇਆ ਦੇ ਮੋਹ ਨਾਲ ਲੇਪ ਨਹੀਂ ਲੱਗਦਾ, ਕਲੰਕ ਨਹੀਂ ਲੱਗਦਾ। ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸੇ। ਅੰਧਕਾਰ ਦੀਪਕ ਪ੍ਰਕਾਸੇ। ਜਿਸ ਪ੍ਰਕਾਰ ਦੀਪਕ ਦੀਵੇ ਦੇ ਪ੍ਰਗਾਸੇ, ਪ੍ਰਗਾਸ ਹੋਣ ਕਰਕੇ, ਚਾਨਣ ਹੋਣ ਕਰਕੇ ਅੰਧਕਾਰ ਹਨੇਰਾ ਦੂਰ ਹੋ ਜਾਂਦਾ ਹੈ। ਜਿਸ ਪ੍ਰਕਾਰ ਦੀਵੇ ਦੇ ਚਾਨਣ ਕਰਕੇ ਹਨੇਰਾ ਦੂਰ ਹੋ ਜਾਂਦਾ ਹੈ। ਜਿਹੜਾ ਸੰਸਾਰ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਉਹ ਅਗਿਆਨ ਨੂੰ ਗੁਰੂ ਸਾਹਿਬ ਜੀ ਸਮਾਦਾਨ ਗਿਆਨ ਰੂਪੀ ਦੀਵੇ ਦਾ ਪ੍ਰਕਾਸ਼ ਕਰਕੇ ਮੇਟਣਾ ਕਰਦੇ ਹਨ। ਨਾਨਕ ਭਰਮ ਮੋਹ ਦੁੱਖ ਤਹਿ ਤੇ ਨਾਸੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਦੇ ਹਿਰਦਿਆਂ ਤੋਂ ਭਰਮ ਮੋਹ ਤੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ, ਭਾਵ ਨਸ ਜਾਂਦੇ ਹਨ। ਕਿ ਜਿਸ ਦੇ ਅੰਦਰ ਅੰਧਕਾਰ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਅਗਿਆਨਤਾ ਦਾ ਚਾਨਣ ਹੋ ਜਾਂਦਾ ਹੈ, ਉਹਨਾਂ ਦੇ ਹਿਰਦਿਆਂ ਤੋਂ ਭਰਮ ਮੋਹ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ। ਤਾਪਤ ਮਾਹੇ ਠਾਂਡ ਵਰਤਾਈ। ਜਦੋਂ ਗੁਰਾਂ ਨੇ ਗਿਆਨ ਰੂਪੀ ਦੀਵੇ ਦਾ ਪ੍ਰਕਾਸ਼ ਕੀਤਾ ਤਾਂ ਰਾਗ ਦਵੈਤ ਵਿੱਚ ਜਲਦੇ ਹੋਏ ਹਿਰਦਿਆਂ ਵਿੱਚ ਸ਼ਾਂਤੀ ਰੂਪੀ ਠਾਂਡ ਵਰਤਾਈ, ਸਰਦੀ ਵਰਤਾ ਦਿੱਤੀ ਹੈ। ਸਾਰਾ ਕਲਯੁਗ ਈਰਖਾ ਆਦਿਕ ਦੀ ਤਪਤ ਵਿੱਚ ਤਪ ਰਿਹਾ ਸੀ। ਗੁਰੂ ਸਾਹਿਬ ਜੀ ਨੇ ਨਾਮ ਰੂਪੀ ਵਰਖਾ ਕਰਕੇ ਸਾਰੇ ਠੰਡ ਵਰਤਾ ਦਿੱਤੀ ਹੈ। ਆਨੰਦ ਭਇਆ ਦੁੱਖ ਨਾਠੇ ਭਾਈ। ਕਿ ਹੇ ਭਾਈ, ਹੁਣ ਨਾਮ ਜਪਣੇ ਕਰਕੇ ਆਨੰਦ ਪ੍ਰਾਪਤ ਹੋਇਆ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਭਾਈ, ਹੁਣ ਨਾਮ ਜਪਣੇ ਕਰਕੇ ਆਨੰਦ ਪ੍ਰਾਪਤ ਹੋਇਆ ਹੈ ਤੇ ਦੁੱਖ ਨਾਠੇ ਭਾਈ। ਸਾਰੇ ਜੰਮਣ ਮਰਨ ਦੇ ਦੁੱਖ ਨਾਠੇ ਨਸ ਗਏ ਹਨ। ਜਨਮ ਮਰਨ ਕੇ ਮਿਟੇ ਅੰਦੇਸੇ। ਜਿੰਨੇ ਜੰਮਣ ਮਰਨ ਦੇ ਅੰਦੇਸੇ ਸੰਸੇ ਸੀ, ਸਾਰੇ ਸਤਿਗੁਰਾਂ ਨੇ ਆਪਣੀ ਕਿਰਪਾ ਕਰਕੇ ਮੇਟ ਦਿੱਤੇ ਹਨ। ਸਾਧੂ ਕੈ ਪੂਰਨ ਉਪਦੇਸੇ। ਕਿ ਸੰਤਾਂ ਦੇ ਉਪਦੇਸ਼ ਦਾ ਫਲ ਮਿਲਿਆ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਭਉ ਚੂਕਾ ਨਿਰਭਉ ਹੋਏ ਬਸੇ। ਜਿਸ ਦਾ ਜੰਮਣ ਮਰਨ ਦਾ ਭਉ ਡਰ ਦੂਰ ਹੋ ਗਿਆ ਹੈ, ਖਤਮ ਹੋ ਗਿਆ ਹੈ। ਸਗਲੇ ਵਿਆਧ ਮਨ ਤੇ ਖੈ ਨਸੇ। ਉਹ ਨਿਰਭਉ ਡਰ ਤੋਂ ਰਹਿਤ ਹੋ ਕੇ ਸਰੂਪ ਰੂਪੀ ਘਰ ਵਿੱਚ ਸਥਿਤ ਹੋ ਗਿਆ ਹੈ। ਉਸ ਦੇ ਸਗਲ ਸਾਰੇ ਰੋਗ ਮਨ ਤੋਂ ਦੌੜ ਗਏ ਹਨ, ਨਾਸ ਹੋ ਗਏ ਹਨ। ਜਿਸ ਕਾ ਸਾ ਤਿਨ ਕਿਰਪਾ ਧਾਰੀ। ਜਿਸ ਵਾਹਿਗੁਰੂ ਦਾ ਸਾ ਸੇਵਕ ਬਣਿਆ ਸੀ, ਉਸ ਵਾਹਿਗੁਰੂ ਨੇ ਆਪਣੀ ਕਿਰਪਾ ਰੂਪੀ ਦ੍ਰਿਸ਼ਟੀ ਧਾਰਨ ਕੀਤੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ, ਜਿਸ ਕਾ ਸਾ ਤਿਨ ਕਿਰਪਾ ਧਾਰੀ। ਜਿਸ ਵਾਹਿਗੁਰੂ ਦਾ ਸੇਵਕ ਸਾਂ,
उस वाहिगुरु ने अपनी कृपा रूपी दृष्टि धारण कीती है। साध संग जप नाम मुरारी, जिस करके वो सेवक हुण सत संगत विच मिल के मुरारी मुरदैंत नूं मारन वाले परमेश्वर दा नाम ही जपदे हन अते थित पाई चूकै भ्रम गावन। हिरदे ने चेतन स्वरूप विच स्थिति पा लई है। जिहड़ा भरम करके जूना विच फिरना सी वो भी चुक्या गया है। भाव 84 लख के गेड़ियां तो फिरना चुक्या गया है। सुन नानक हर हर जस सरावण। सतगुरु जी कथन करते हैं कि जीवन मुक्ति के आनंद नूं पा के ਉਹ ਸੇਵਕ ਜਨ ਕੰਨਾਂ ਨਾਲ ਹਰੀ ਵਾਹਿਗੁਰੂ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ ਉਸ ਦਾ ਜਸ ਸੁਣਦੇ ਹਨ। ਕੰਨਾਂ ਦੇ ਨਾਲ ਉਸ ਹਰੀ ਪਰਮੇਸ਼ਰ ਦਾ ਜਸ ਸੁਣਦੇ ਹਨ। ਨਿਰਗੁਣ ਆਪ ਸਰਗੁਣ ਵੀ ਉਹੀ। ਉਹ ਨਿਰਗੁਣ ਸਰੂਪ ਵਿੱਚ ਵੀ ਆਪ ਹੈ ਪਰਮੇਸ਼ਰ ਤੇ ਸਰਗੁਣ ਸਰੂਪ ਵਿੱਚ ਵੀ ਆਪ ਹੀ ਹੈ। जो ब्रह्म रूप रंग तो रहत है वो भी आप ही है ते सरगुण भी वो आप ही है। कला धार जिन सगली मोही। जिस वाहिगुरु ने अपनी कला अपनी शक्ति धार के सारी सृष्टि नूं मोह लिया है, माया दे मोह विच मोहत करना कीता है। अपने चलित प्रभ आप बनाए, अपने कौतकां नूं अपने चलित्रां नूं प्रभु हरि वाहिगुरु ने आप ही बनाउणा कीता है। अपनी कीमत आपे पाए कि अपनी कीमत नूं आप ही पा सकदा है। होर कोई उस परमेश्वर की कीमत नूं नहीं जान सकदा। तुमरी रहत मित तुम ही जानी, नानक दास सदा कुर्बानी। कि उस परमेश्वर की रहत नूं ਉਹ ਪਰਮੇਸ਼ਰ ਹੀ ਜਾਣਦਾ ਹੈ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਹਰ ਬਿਨ ਦੂਜਾ ਨਾਹੀ ਕੋਇ। ਹਰੀ ਅਕਾਲ ਪੁਰਖ ਤੋਂ ਬਗੈਰ ਹੋਰ ਕੋਈ ਦੂਸਰਾ ਉਸ ਵਰਗਾ ਸਮਰੱਥ ਨਹੀਂ। ਇੱਕ ਪਰਮੇਸ਼ਰ ਹੀ ਸਰਬ ਕਲਾ ਸਮਰੱਥ ਹੈ, ਉਸ ਵਰਗਾ ਹੋਰ ਕੋਈ ਨਹੀਂ। ਸਰਬ ਨਿਰੰਤਰ ਏਕੋ ਸੋਏ। ਉਹ ਇੱਕੋ ਹੀ ਸਰਬ ਸਾਰਿਆਂ ਵਿੱਚ निरंतर एक रस है कि एक रस परिपूर्ण है। ओत पोत रविया रूप रंग। वाहिगुरु विच भगत परोते होए हन। भगतां विच वाहिगुरु परोया होया है। ओत पोत ताणे पेटे वत। सारिया रूपां रंगां आकारां विच आप ही सच्चा पातशाह रविया होया है, मिलिया होया है। भए प्रगास साध कै संग। ਇਹ ਗਿਆਨ ਦਾ ਪ੍ਰਕਾਸ਼, ਗਿਆਨ ਦਾ ਚਾਨਣ ਸ੍ਰੇਸ਼ਟ ਜਨਾਂ ਦੇ ਨਾਲ ਮਿਲ ਕੇ ਪ੍ਰਾਪਤ ਹੁੰਦਾ ਹੈ ਕਿ ਵਾਹਿਗੁਰੂ ਭਗਤਾਂ ਵਿੱਚ ਪਰੋਇਆ ਹੋਇਆ ਹੈ। ਭਗਤਾਂ ਵਿੱਚ ਵਾਹਿਗੁਰੂ ਪਰੋਇਆ ਹੋਇਆ ਹੈ। ਓਤ ਪੋਤ ਤਾਣੇ ਪਿੱਟੇ ਵੱਤ। ਉਹ ਸਾਰਿਆਂ ਰੂਪਾਂ ਵਿੱਚ, ਸਾਰਿਆਂ ਆਕਾਰਾਂ ਵਿੱਚ ਆਪ ਹੀ ਪਾਤਸ਼ਾਹ ਮਿਲਿਆ ਹੋਇਆ ਹੈ। रच रचना अपनी कल धारी। हरि वाहिगुरु ने सूक्ष्म तत्तां द्वारा सूक्ष्म रचना रची है, स्थूल तत्तां द्वारा स्थूल रचना रची है। वाहिगुरु ने संसाकार रचना करके इस विच अपनी चेतन सत्ता रूपी शक्ति धारी हुई है। अनक बार नानक बलिहारी। सतगुरु जी कथन करते हैं कि अनेकां बार उस हरि वाहिगुरु तो बलिहार कुर्बान जाइए जिस हरि वाहिगुरु ने सूक्ष्म तत्तां द्वारा सूक्ष्म रचना रची हुई है, स्थूल तत्तां द्वारा स्थूल रचना रची हुई है। वाहिगुरु ने संसारक इस दुनिया की रचना रच के इस विच अपनी चेतन सत्ता रूपी शक्ति धारी हुई है कि आत्मा दे नाल परमात्मा आप अपनी शक्ति धार के वस रहा है। महाराज जी अगले श्लोक दे अंदर
बड़े ही विस्तार दे नाल समझा रहे हन सलोक। साथ न चालै बिन भजन, विख्या सगली सार। हर हर नाम कमावना, नानक ਇਹ ਧਨ ਸਾਰ। ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਵਿਸਤਾਰ ਦੇ ਨਾਲ ਗੁਰਬਾਣੀ ਦੁਆਰਾ ਸਮਝਾ ਰਹੇ ਹਨ। ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਸਾਰ। ਕਿ ਅਕਾਲ ਪੁਰਖ ਵਾਹਿਗੁਰੂ ਦੇ ਭਜਨ ਸਿਮਰਨ ਤੋਂ ਬਗੈਰ ਪਰਲੋਕ ਵਿੱਚ ਕੁਝ ਵੀ ਸਾਥ ਨਹੀਂ ਚੱਲਦਾ। ਵਿਖਿਆ ਸਗਲੀ ਸਾਰ, ਇਹ ਸਗਲੀ ਸਾਰੀ ਸ੍ਰਿਸ਼ਟੀ ਵਿਸ਼ਿਆਂ ਵਿੱਚ ਲੱਗ ਕੇ ਸਾਰ ਹੁੰਦਾ ਕਿ ਸਵਾਹ ਰੂਪ ਹੋ ਰਹੀ ਹੈ, ਖਾਕ ਰੂਪ ਹੋ ਰਹੀ ਹੈ। ਵਿਖਿਆ ਸਗਲੀ ਸਾਰ, ਇਹ ਵਿਖਿਆ ਇਹ ਮਾਇਆ ਸਾਰੀ ਇੱਥੇ ਹੀ ਸੁਆਹ ਹੋ ਜਾਏਗੀ। ਸ਼ਲੋਕ ਦੇ ਅੰਦਰ ਮਹਾਰਾਜ ਜੀ ਸਮਝਾ ਰਹੇ ਹਨ, ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਸਾਰ। ਅਕਾਲ ਪੁਰਖ ਵਾਹਿਗੁਰੂ ਦੇ ਭਜਨ ਸਿਮਰਨ ਤੋਂ ਬਗੈਰ ਪਰਲੋਕ ਵਿੱਚ ਕੁਝ ਵੀ ਸਾਥ ਨਹੀਂ ਚੱਲੇਗਾ, ਕਿ ਨਾਲ ਨਹੀਂ ਚੱਲਣਾ ਹੈ। ਇਹ ਸਗਲੀ ਇਹ ਸਾਰੀ ਸ੍ਰਿਸ਼ਟੀ ਵਿਸ਼ਿਆਂ ਵਿੱਚ ਲੱਗ ਕੇ ਖਾਕ ਰੂਪ ਹੋ ਰਹੀ ਹੈ, ਸਵਾਹ ਰੂਪ ਹੋ ਰਹੀ ਹੈ। ਇਹ ਮਾਇਆ ਸਾਰੀ ਇੱਥੇ ਹੀ ਸੁਆਹ ਹੋ ਜਾਏਗੀ। ਹਰ ਹਰ ਨਾਮ ਕਮਾਵਣਾ, ਨਾਨਕ ਇਹੋ ਧਨ ਸਾਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਹਰੀ ਵਾਹਿਗੁਰੂ, ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ, ਭਾਵ ਸਭਨਾਂ ਦੇ ਅੰਦਰ ਚੇਤਨ ਸਤਾ ਦੇਣ ਵਾਲਾ ਹੈ, ਉਸ ਦੇ ਨਾਮ ਨੂੰ ਕਮਾਉਣਾ ਹੈ। ਇਹੋ ਸ੍ਰੇਸ਼ਟ ਧਨ ਪਰਲੋਕ ਵਿੱਚ ਜੀਵ ਦੇ ਨਾਲ ਜਾਣ ਵਾਲਾ ਹੈ। ਜਿਹੜਾ ਨਾਮ ਧਨ ਹੈ, ਇਹ ਜੀਵ ਦੇ ਨਾਲ ਜਾਣ ਵਾਲਾ ਹੈ। ਕਿ ਇਹ ਨਾਮ ਧਨ ਹੀ ਕਮਾਉਣਾ ਕਰੀਏ, ਕਿ ਨਾਮ ਧਨ ਜੇ ਪੱਲੇ ਹੋਏਗਾ ਤਾਂ ਉੱਥੇ ਨਾਲ ਜਾਏਗਾ, ਪਰਲੋਕ ਦੇ ਵਿੱਚ ਸਹਾਇਤਾ ਕਰੇਗਾ। ਅੱਗੇ ਅਸ਼ਟਪਦੀ ਦੇ ਅੰਦਰ ਸਮਝਾ ਰਹੇ ਹਨ ਮਹਾਰਾਜ ਜੀ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ ਕਿ ਹੇ ਭਾਈ, ਏਕ ਸਿਮਰ ਨਾਮ ਆਧਾਰ। ਕਿ ਸਾਸ ਗਰਾਸ ਨਾਮ ਜਪਣ ਵਾਲੇ ਸੰਤ ਜਨਾਂ ਨਾਲ ਮਿਲ ਕੇ ਮਿਲਾਪ ਕਰਕੇ ਵਾਹਿਗੁਰੂ ਨਾਮ ਦੀ ਵਿਚਾਰ ਕਰਨੀ ਕਰੋ। ਸੰਤ ਜਨਾਂ ਮਿਲ ਕਰੋ ਵਿਚਾਰ। हे ਭਾਈ, ਸਾਸ ਗਰਾਸ ਨਾਮ ਜਪਣ ਵਾਲੇ ਜੋ ਸੰਤ ਜਨ ਹਨ, ਉਹਨਾਂ ਨਾਲ ਮਿਲ ਕਰਕੇ ਮਿਲਾਪ ਕਰਕੇ ਵਾਹਿਗੁਰੂ ਦੇ ਨਾਮ ਦੀ ਵਿਚਾਰ ਕਰਨੀ ਕਰੋ। ਏਕ ਸਿਮਰ ਨਾਮ ਆਧਾਰ। ਕਿ ਏਕ ਇੱਕ ਪਰਮੇਸ਼ਰ ਦਾ ਨਾਮ ਹੀ ਹਿਰਦੇ ਦੇ ਵਿੱਚ ਸਿਮਰਨਾ ਕਰੋ। ਕਿਉਂਕਿ ਨਾਮ ਹੀ ਲੋਕ ਪਰਲੋਕ ਦਾ ਆਸਰਾ ਹੈ। ਸੰਸਾਰ ਵਿੱਚ ਹੋਰ ਕੋਈ ਚੀਜ਼ ਆਸਰਾ ਰੂਪ ਨਹੀਂ ਹੈ। ਜੇ ਆਸਰਾ ਹੈ ਸੰਸਾਰ ਦੇ ਵਿੱਚ ਤਾਂ ਨਾਮ ਦਾ ਹੀ ਹੈ। ਨਾਮ ਜਪ ਕੇ ਹੀ ਇਹ ਜੀਵ ਸੰਸਾਰ ਸਮੁੰਦਰ ਤੋਂ ਤਰ ਸਕਦਾ ਹੈ। ਆਵਰ ਉਪਾਵ ਸਭ ਮੀਤ ਵਿਸਾਰੋ। ਹੇ ਮੀਤ ਮਿੱਤਰੋ, ਆਵਰ ਹੋਰ ਸਾਰੇ ਛਾਲ ਬਰੇਫ ਆਦ ਉਪਾ ਜਤਨਾਂ ਨੂੰ ਵਿਸਾਰੋ, ਭੁਲਾ ਦੇਣਾ ਕਰੋ। ਆਵਰ ਉਪਾਵ ਸਭ ਮੀਤ ਵਿਸਾਰੋ। ਹੈ ਮੀਤ ਮਿੱਤਰੋ, ਹੋਰ ਸਾਰੇ ਜਿਹੜੇ ਛਾਲ ਬਰੇਫ ਹਨ, ਉਹ ਯਤਨ ਹਨ, ਉਹਨਾਂ ਯਤਨਾਂ ਨੂੰ ਭੁਲਾ ਦੇਣਾ ਕਰੋ। ਹਿਰਦੇ ਨੂੰ ਕਾਮ ਕ੍ਰੋਧ ਲੋਭ ਮੋਹ ਆਦਿਕ ਤੋਂ ਸ਼ੁੱਧ ਕਰਕੇ ਸਤਿਗੁਰਾਂ ਦੇ ਚਰਨਾਂ ਕਮਲਾਂ ਨੂੰ ਹਿਰਦੇ ਵਿੱਚ ਧਾਰਨਾ ਕਰੋ। ਚਰਨ ਕਮਲ ਰਿੱਧ ਮਹਿ ਉਰ ਧਾਰੋ। ਕਿ ਹਰੀ ਵਾਹਿਗੁਰੂ ਦੇ ਚਰਨਾਂ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਧਾਰਨਾ ਕਰੋ। ਹਰੀ ਵਾਹਿਗੁਰੂ ਦੇ ਚਰਨਾਂ ਸਾਰਿਆਂ ਤੋਂ ਅਧਿਕ ਉੱਤਮ ਜਾਣ ਕੇ ਹਿਰਦੇ ਵਿੱਚ ਧਾਰਨਾ ਕਰੋ। ਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਨੂੰ ਰਿੱਧ ਉਰ ਭਾਵ ਮਨ ਬੁੱਧ ਵਿੱਚ
ਧਾਰਨਾ ਕਰੋ ਤੇ ਉਸ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸਾ ਕੇ ਨਾਮ ਦੀ ਕਮਾਈ ਕਰੋ। ਕਰਨ ਕਾਰਨ ਸੋ ਪ੍ਰਭ ਸਮਰੱਥ, ਉਹ ਪ੍ਰਭੂ ਹਰੀ ਵਾਹਿਗੁਰੂ ਸਾਰੇ ਕਾਰਜਾਂ ਦੇ ਕਰਨ ਕਰਾਉਣ ਲਈ ਸਮਰੱਥ ਹੈ ਕਿ ਸਰਬ ਕਲਾ ਸ਼ਕਤੀਵਾਨ ਹੈ। ਦਿਰੜ ਕਰ ਗਹੋ ਨਾਮ ਹਰ ਬਥ, ਹਰੀ ਵਾਹਿਗੁਰੂ ਦੀ ਨਾਮ ਰੂਪੀ ਵਸਤੂ ਨੂੰ ਮਨ ਵਿੱਚ ਚੰਗੀ ਤਰ੍ਹਾਂ ਦਿਰੜ ਹੁੰਦਾ ਹੈ, ਪੱਕਾ ਕਰਕੇ ਗ੍ਰਹਿਣ ਕਰ ਲਵੋ, ਕਿਉਂਕਿ ਨਾਮ ਹੀ ਲੋਕ ਪਰਲੋਕ ਵਿੱਚ ਸਾਥ ਰਹਿਣ ਵਾਲਾ ਹੈ। ਇਹੋ ਧਨ ਸੰਚੋ ਹੋਵੋ ਭਗਵੰਤ, ਇਹ ਨਾਮ ਰੂਪੀ ਧਨ ਨਾਮ ਰੂਪੀ ਦੌਲਤ ਨੂੰ ਸੰਚੋ ਹੁੰਦਾ ਇਕੱਤਰ ਕਰੋ, ਤਾਂ ਤੁਸੀਂ ਭਗਵੰਤ ਭਾਵ ਭਾਗਾਂ ਵਾਲੇ ਹੋ ਜਾਓਗੇ। ਜੇ ਨਾਮ ਰੂਪੀ ਧਨ ਨਾਮ ਰੂਪੀ ਦੌਲਤ ਨੂੰ ਇਕੱਤਰ ਕਰੋਗੇ ਇਕੱਠੀ ਕਰੋਗੇ ਤਾਂ ਤੁਸੀਂ ਭਗਵੰਤ ਭਾਗਾਂ ਵਾਲੇ ਹੋ ਜਾਓਗੇ, ਬਲਕਿ ਭਗਵੰਤ ਪਰਮੇਸ਼ਰ ਦਾ ਸਰੂਪ ਹੀ ਹੋ ਜਾਓਗੇ। ਸੰਤ ਜਨਾ ਕਾ ਨਿਰਮਲ ਮੰਤ, ਕਿ ਸੰਤ ਮਹਾਤਮਾ ਦਾ ਇਹੋ ਹੀ ਨਿਰਮਲ ਉਜਲ ਮੰਤ ਉਪਦੇਸ਼ ਹੈ, ਭਾਵ ਸਲਾਹ ਹੈ ਕਿ ਨਾਮ ਧਨ ਨੂੰ ਹੀ ਇਕੱਤਰ ਕਰੋ, ਨਾਮ ਨੂੰ ਹੀ ਇਕੱਠਾ ਕਰੋ। ਏਕ ਆਸ ਰੱਖੋ ਮਨ ਮਾਹੇ, ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਮਨ ਦੇ ਵਿੱਚ ਇੱਛਾ ਰੱਖਣੀ ਕਰੋ। ਸਰਬ ਰੋਗ ਨਾਨਕ ਮਿਟ ਜਾਹੇ, ਤਾਂ ਕਿ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਦੀ ਆਸ ਰੱਖਿਆਂ ਸਾਰੇ ਹੰਕਾਰ ਅਗਿਆਨ ਆਦਿਕ ਰੋਗ ਮਿਟ ਜਾਣਗੇ, ਨਾਸ ਹੋ ਜਾਣਗੇ। ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਮਨ ਦੇ ਵਿੱਚ ਇੱਛਾ ਰੱਖੋ। ਜੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏ ਤਾਂ ਸਾਰੇ ਜਿਹੜੇ ਹੰਕਾਰ ਦੇ ਅਗਿਆਨ ਦੇ ਰੋਗ ਲੱਗੇ ਹੋਏ ਹਨ ਉਹ ਸਾਰੇ ਮਿਟ ਜਾਣਗੇ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਸੰਗਤਾਂ ਨੂੰ ਉਪਦੇਸ਼ ਦਿੱਤਾ ਹੈ। ਬਾਣੀ ਪੜ੍ਹਦਿਆਂ ਤੋਂ ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਹਾਰ ਹਨ, ਹੋਈਆਂ ਭੁੱਲਾਂ ਦੀ